Students, our next topic is that how to assign configurations to the projection formulae. Last time ਆਪਾਂ ਕੀਤਾ 3 dimensional formulae ਦਿੱਤੇ ਹੋਣ ਤਾਂ ਉਹਨੂੰ ਕਿਵੇਂ R ਜਾਂ S configuration allot ਕਰਨੀ ਹੈ. Now this time if we are having Fisher projection formula ਇਸ ਤਰ੍ਹਾਂ ਦੋ crossed lines ਦੀ form ਦੇ ਵਿੱਚ that stereogenic center is lying at the center of the cross उस C ਨੂੰ ਅਸੀਂ cross नहीं दिखाने हैं and it is attached to 4 different groups. So like this. So there are 4 different groups. तो ਇਹਦੇ 'ਚ ਜੇ ਬੇਟੇ this position is known as vertical position. ਆ ਜੇ left right ਵਾਲੀ ਇਹ horizontal position ਹੈ, ਉੱਪਰ ਨੀਚੇ ਵਾਲੀ ਹੈ ਜਿਹੜੀ ਉਹ vertical position ਹੈ. So ਜੇ ਅਸੀਂ ਇਹਨਾਂ ਨੂੰ ਦੇਖੀਏ like this. ਉੱਪਰ ਵਾਲਾ ਗਰੁੱਪ ਹੈ ਜਿਹੜਾ ਤੇ ਨੀਚੇ ਵਾਲਾ ਹੈ. They are assumed to be projected away from the observer. Left ਤੇ right ਵਾਲੇ ਨੂੰ ਕਹਿੰਦੇ ਆ ਤੇ they are projecting towards the observer. ਇਹ ਸਾਡੇ ਵੱਲ ਨੂੰ ਹੈ. So ਇਸ ਕਰਕੇ ਜਿਹੜਾ least priority group ਹੈ it should be here. It should be projected away from the observer. ਉੱਪਰ ਜਾਂ ਨੀਚੇ ਹੋਣਾ ਚਾਹੀਦਾ ਹੈ. Okay. Group of least priority should be in vertical position. ਅੱਛਾ ਇਹਨੂੰ ਦਿਖਾਉਣ ਲਈ now let's say we are having this molecule and we are having a stereogenic center, a chiral carbon attached to 4 different groups. तो ਇਹਦੇ 'ਚ ਜੇ priorities assign ਕਰਨੀਆਂ ਹੋਣ we assign priorities based on atomic number of the different atoms directly attached to the asymmetric or chiral carbon. ਅੱਛਾ ਹੁਣ ਸਭ ਤੋਂ ਵੱਧ priority ਸਭ ਤੋਂ ਵੱਡਾ ਜਿਹੜਾ ਗਰੁੱਪ ਉਹਨੂੰ ਹੋਊਗੀ. So Br ਨੂੰ first priority ਜਾਂਦੀ ਹੈ, then comes second priority to Cl, then first priority and then next third priority goes to F fluorine, the fourth priority goes to hydrogen. So ਇਹਦਾ ਮਤਲਬ ਕੀ ਹੈ ਕਿ ਹਾਈਡਰੋਜਨ ਹੈ ਜਿਹੜਾ ਲੀਸਟ ਪ੍ਰਾਇੋਰਟੀ ਗਰੁੱਪ ਹੈ ਇਹ ਠੀਕ ਪੋਜੀਸ਼ਨ ਤੇ ਉੱਪਰ ਜਾਂ ਨੀਚੇ ਹੀ ਹੋਣਾ ਚਾਹੀਦਾ ਵਰਟੀਕਲ ਪੋਜੀਸ਼ਨ ਤੇ. ਸੋ ਵੈਨ ਇਟ ਇਜ਼ ਪ੍ਰੈਜ਼ੈਂਟ ਔਨ ਅੱਪਰ ਸਾਈਡ ਔਰ ਲੋਅਰ ਸਾਈਡ then we can assign R or S configuration to the molecule. ਜਿਹੜੀ ਅਸਾਈਨ ਕਰਾਂਗੇ ਉਹ ਠੀਕ ਹੋਊਗੀ, ਠੀਕ ਪੋਜੀਸ਼ਨ ਹੈ ਜਿਹੜੀ ਹੈ ਲੀਸਟ ਪ੍ਰਾਇੋਰਟੀ ਗਰੁੱਪ ਦੀ ਉੱਪਰ ਜਾਂ ਨੀਚੇ ਹੈ. Now in this case, if we start looking from Br to Cl to F, first priority to second to third, then our eye travels in clockwise direction. ਜਿੱਧਰ ਨੂੰ ਘੜੀ ਦੀ ਸੂਈ ਜਾਂਦੀ ਉਧਰ ਹੀ ਜਾ ਰਹੀ ਹੈ ਨਾ. So we assign ਜਦੋਂ clockwise direction 'ਚ ਹੈ we assign R configuration to the molecule. Similarly, in this molecule, here a symmetric carbon or stereogenic carbon, this center is attached to 4 different groups. ਫਸਟ ਪ੍ਰਾਇਰਟੀ ਪਹਿਲਾ ਇੱਕ Cl ਹੈ, H ਹੈ ਅਤੇ 2 ਕਾਰਬਨਸ ਵਾਲੇ ਗਰੁੱਪ ਨੇ. ਸੋ ਫਸਟ ਪ੍ਰਾਇਰਟੀ ਗੋਜ਼ ਟੂ Cl ਐਟਮ, ਸੈਕਿੰਡ ਪ੍ਰਾਇਰਟੀ ਗੋਜ਼ ਟੂ ਪਿਛਲੇ ਲੈਕਚਰ 'ਚ ਆਪਾਂ ਕੀਤਾ ਟੂ 6,5H5 ਗਰੁੱਪ ਫਿਨਾਈਲ ਗਰੁੱਪ, ਅਤੇ ਅਗਲੀ ਪ੍ਰਾਇਰਟੀ ਹੈ ਜਿਹੜੀ ਉਹ ਜਾਂਦੀ ਹੈ ਵਿਨਾਈਲ ਗਰੁੱਪ ਨੂੰ ਕਾਰਬਨ ਕਰਕੇ, ਅਤੇ ਹਾਈਡਰੋਜਨ ਨੂੰ ਜਾਂਦੀ ਹੈ ਲੀਸਟ ਪ੍ਰਾਇਰਟੀ ਫੋਰਥ ਪ੍ਰਾਇਰਟੀ ਹੈ ਨਾ. ਸੋ ਨਾਓ ਹਾਈਡਰੋਜਨ ਇਜ਼ ਪ੍ਰੈਜ਼ੈਂਟ ਔਨ ਲੋਅਰ ਸਾਈਡ, ਉੱਪਰ ਜਾਂ ਨੀਚੇ ਹੁੰਦੇ ਤਾਂ ਠੀਕ ਸੀਗਾ. ਸੋ ਦਿਸ ਮੀਨਸ its position is right. Now we can assign R or S configuration. ਕਿਵੇਂ ਕਰਾਂਗੇ? We will start looking from first priority group to second priority to third priority. ਐਂ number wise ਹੀ ਜਾਣਾ ਹੈ. We go on in the same direction. ਹੈ ਨਾ ਉਹੀ ਸਰਕਲ ਅਸੀਂ ਫੋਲੋ ਕਰਨਾ. Now because it is anti-clockwise direction, this means we will assign S configuration to the given molecule. ਸੋ ਐਸ ਕਨਫੀਗਰੇਸ਼ਨ ਮਤਲਬ ਲੀਵੋ ਰੋਟੇਟਰੀ ਹੈ, ਜਦੋਂ ਆਰ ਕਰਦੇ ਹਾਂ ਤਾਂ ਡੈਕਸ ਰੋਟੇਟਰੀ ਹੈ. ਨਾਓ ਸੈਕਿੰਡ ਕੈਟੇਗਰੀ ਆਫ ਕੰਪਾਊਂਡਸ ਇਜ਼ ਵੈਨ ਲੀਸਟ ਪ੍ਰਾਇਰਟੀ ਗਰੁੱਪ ਇਜ਼ ਪ੍ਰੈਜ਼ੈਂਟ ਔਨ ਲੈਫਟ ਔਰ ਰਾਈਟ ਸਾਈਡ ਆਫ ਦ ਮੋਲੀਕਿਊਲ, ਹੌਰੀਜ਼ੋਨਟਲ ਪੋਜੀਸ਼ਨ ਦੇ ਵਿੱਚ ਹੈ ਨਾ, ਇਸ ਲਾਈਨ ਦੇ ਅਕਰੋਸ ਹੈ ਕਿ ਲੈਫਟ 'ਤੇ ਹੈ ਜਾਂ ਰਾਈਟ 'ਤੇ ਹੈ. ਸੋ ਜਦੋਂ ਲੈਫਟ 'ਤੇ ਜਾਂ ਰਾਈਟ 'ਤੇ ਹੈ ਤਾਂ ਪੋਜੀਸ਼ਨ ਆਫ ਦ ਲੀਸਟ ਪ੍ਰਾਇਰਟੀ ਗਰੁੱਪ ਇਜ਼ ਰੋਂਗ. ਸੋ ਉਹਨੂੰ ਠੀਕ ਕਰਨ ਲਈ ਸਾਨੂੰ ਪਹਿਲਾਂ ਹਾਈਡਰੋਜਨ ਉੱਪਰ ਜਾਂ ਨੀਚੇ ਲਿਆਉਣ ਲਈ ਵੀ ਹੈਡ ਟੂ ਮੇਕ 2 ਇੰਟਰਚੇਂਜਸ, ਕਿਉਂਕਿ ਜੇ ਅਸੀਂ ਇੱਕ ਇੰਟਰਚੇਂਜ ਕਰ ਦਿੰਦੇ ਹਾਂ, ਜੇ ਅਸੀਂ ਇਹਨੂੰ ਇੱਧਰ ਲੈ ਗਏ ਇਹਨੂੰ ਇੱਧਰ ਲੈ ਗਏ ਤਾਂ ਉਹਦੇ ਨਾਲ ਬੇਟਾ 180 ਦੀ ਰੋਟੇਸ਼ਨ ਹੋ ਜਾਂਦੀ ਹੈ, ਅਤੇ ਉਹਦੇ ਨਾਲ ਮੋਲੀਕਿਊਲ ਹੈ ਜਿਹੜਾ ਇਟ ਰਿਮੇਨ ਸੇਮ, ਕੋਈ ਫਰਕ ਹੀ ਨਹੀਂ ਪੈਂਦਾ. ਦੋਨੋਂ ਨਾਈਸ਼ੋਮਰਸ ਅਸੀਂ ਕਹਿੰਦੇ ਸੀ ਨਾ ਕਿ ਜੇ ਇੱਕ ਨੂੰ 180 'ਤੇ ਰੋਟੇਟ ਕਰ ਦਈਏ ਤਾਂ ਉਹ ਸੇਮ ਹੀ ਰਹਿ ਜਾਂਦੇ. ਸੋ ਹੇਅਰ 180 ਰੋਟੇਸ਼ਨ ਡਜ਼ ਨੋਟ ਮੇਕ ਐਨੀ ਡਿਫਰੈਂਸ, ਇਸ ਲਈ ਇੱਕ ਹੋਰ ਇੰਟਰਚੇਂਜ ਕਰਨੀ ਪੈਂਦੀ ਹੈ. ਫੋਰ ਐਗਜ਼ਾਮਪਲ ਇਹਦੇ 'ਚ H ਅਤੇ OH ਦੀ ਪਹਿਲੀ ਇੰਟਰਚੇਂਜ ਕੀਤੀ ਹੋਈ ਹੈ, ਫਸਟ ਇੰਟਰਚੇਂਜ ਆਫ ਹਾਈਡਰੋਜਨ ਐਂਡ ਹਾਈਡਰੋਕਸਿਲ ਆਇਨ. ਸੋ
ਇਹਦੇ 'ਚ ਬੇਟਾ ਹਾਈਡਰੋਜਨ ਨੂੰ ਇੱਧਰ ਭੇਜਤਾ ਤੇ OH ਨੂੰ ਇੱਧਰ ਭੇਜਤਾ, ਤੇ ਇਹਦੇ ਨਾਲ ਫਸਟ ਇੰਟਰਚੇਂਜ ਤੋਂ ਬਾਅਦ ਦਿਸ ਇਜ਼ ਦ ਮੋਲੀਕਿਊਲ। ਦੈਨ ਸੈਕੰਡ ਇੰਟਰਚੇਂਜ ਕੈਨ ਬੀ ਮੇਡ ਬਿਟਵੀਨ ਐਨੀ ਟੂ ਗਰੁੱਪਸ, ਪਰ ਇਹ ਕੰਡੀਸ਼ਨ ਹੈ ਕਿ ਜਿਹੜੇ ਪਹਿਲਾਂ ਦੋ ਇੰਟਰਚੇਂਜ ਕੀਤੇ ਉਹ ਨਹੀਂ ਕਰਨੇ। ਵੀ ਕੈਨ ਇੰਟਰਚੇਂਜ these, we can interchange these, we can interchange these or these। ਸੋ ਇੱਥੇ ਨੇ ਕੀਤੇ ਹੋਏ ਆ ਹਾਈਡਰੋਜਨ ਐਂਡ C2H5 ਆਪਸ ਦੇ ਵਿੱਚ ਪੋਜੀਸ਼ਨਸ ਐਕਸਚੇਂਜ ਕਰਦੀਆਂ। ਸੈਕਿੰਡ ਇੰਟਰਚੇਂਜ ਤੋਂ ਬਾਅਦ ਆ ਗਈ ਦੀ ਕਨਫਿਗਰੇਸ਼ਨ। ਨਾਓ ਹਾਈਡਰੋਜਨ ਇਜ਼ ਔਨ ਲੋਅਰ ਸਾਈਡ, ਤੇ ਇਹਦੀ ਕਨਫਿਗਰੇਸ਼ਨ ਹੈ ਜਿਹੜੀ ਠੀਕ ਹੈ ਜਦੋਂ ਲੋਅਰ ਸਾਈਡ ਤੇ। ਨਾਓ ਅਕੋਰਡਿੰਗ ਟੂ ਦ ਪ੍ਰਾਇਰਟੀਜ਼ ਫਰਸਟ, ਸੈਕਿੰਡ ਐਂਡ ਥਰਡ, we start looking from first to second to third, and our eye moves in anti-clockwise direction. So we assign S configuration to the given molecule. But these two interchanges can be made in many different ways. So मैं तुहानूं करके दिखाउण दी कोशिश कीती हुई है कि if we make same interchange जिवें पहले च कीती सी H ते OH नूं कर लिया, दूसरी बारी असी H ते CH ते इंटरचेंज कर दिए, we get this molecule। now हाइड्रोजन इज़ ऑन अपर साइड, ये भी पोजीशन ठीक है, हाइड्रोजन जो उपर होवे जो नीचे होवे। अच्छा हुण फर्स्ट प्रायरिटी तो सैकेंड ते थर्ड प्रायरिटी तो जो असी वैन वी स्टार्ट मूविंग फ्रॉम अवर आई फ्रॉम फर्स्ट टू सैकेंड टू थर्ड, तो ये होगी डायरैक्शन जिहड़ा सर्कल बन रहा है मूवमेंट की डायरैक्शन, मूवमेंट ऑफ आई। सो एंटी क्लॉकवाइज डायरैक्शन, तो इनू असी एस कन्फिगरेशन देंगे। नाउ नैक्सट टाइम लैट्स मेक अनदर चेंज, होर तरीके नाल दो इंटरचेंजिस करिए कि पहली बारी असी H ते CH3 नू इंटरचेंज कर लिया। एरोस जिहड़े है ये दिखा रहे हैं कि पोजीशन ऑफ दीज टू ग्रुप्स हैज़ बिन इंटरचेंज्ड। फर्स्ट इंटरचेंज तो बाद आ गई सिचुएशन, अगली बारी फिर मैं दो इंटरचेंजिस करके दिखाइया थोनों, तो इस तो इंटरचेंज करने तो बाद मॉलिक्यूल आ गया। नो इफ वी अगेन स्टार्ट लुकिंग फ्रॉम फर्स्ट प्रायरिटी टू सेकंड प्रायरिटी टू थर्ड प्रायरिटी, सो अगेन इट गोज इन एंटी क्लॉकवाइज डायरेक्शन। सो because the molecule is same, every time it should have S configuration। okay, now next time if we interchange H and CH3 जिमें पहला किया उस तरह की, पर सैकेंड इंटरचेंज है जी होर करती फर्स्ट इंटरचेंज तो बाद सैकेंड इंटरचेंज अच्छा सेम ही किया होया। ओके ओके चलो नैक्सट टाइम देख लीए कि अगली इंटरचेंज दे विच CH3 ते C2H5 की इंटरचेंज करती फर्स्ट टाइम आ गई सिचुएशन। फिर H ते CH3 नूं कि कोई H नूं तां असीं नीचे जां उपर लैके ही आउणा, पहले ही लाइए जां सैकेंड स्टैप च लाइए, सो ये कोई फर्क नहीं पऊगा। सो सैकेंड इंटरचेंज ये करती आपां जे, दैन यू विल गैट दिस मॉलिक्यूल। आ कन्फिगरेशन होगी, तो जदों असीं मूव करांगे विल स्टार्ट लुकिंग फ्रॉम फर्स्ट टू सैकेंड टू थर्ड, अगेन इट इज़ एंटी क्लॉकवाइज डायरैक्शन। सो एस कन्फिगरेशन होगी। दैन तुसी एक ही बना के दिखानी है, जस्ट आई वॉन्ट टू टैल यू दैट यू मेक एनी टू इंटरचेंजिस, इट डजंट मेक कि तुस मेक एनी डिफरेंस कि तुसी केड़ी इंटरचेंज कर रहे हो, पर उसनूं दोबारा नहीं करना कि HOH नूं एक बारी चेंज कर दो दोबारा फिर वापस ले आंदा है ना। सो अगली बारी वी कैन इंटरचेंज HC2H5, तो आ हो गया। सैकेंड टाइम H ते CH3, कोई भी दो ग्रुप्स, पर पहली बारी जो इंटरचेंज किए अगली बारी वही सेम नहीं इंटरचेंज करना। सो इन दिस केस अगेन फर्स्ट इंटरचेंज सी जी H ते C2H5 दी है, तो आ गई पोजीशन। फिर H ते CH3 दी करती है ना, एरोज जिधर ड्रॉ किए हुए है इधर तो इधर करती, दैन विल गैट दिस कन्फिगरेशन। तो ये फर्स्ट प्रायरिटी OH इत्थे हो गया, सैकेंड C2H5 दी होगी, 3 दी होगी CH3 वास्ते। सो वैन वी स्टार्ट लुकिंग फ्रॉम फर्स्ट टू सैकेंड टू थर्ड, जे चक्कर अगे उमें कंटिन्यू रखिए तो एंटी क्लॉकवाइज डायरेक्शन है। सो इट इज़ एस कन्फिगरेशन, इट इज़ फॉर द सेम मॉलिक्यूल। आई मीन टू से दैट यू कैन डू इट एट योर ओन, रटन की लोड़ नहीं है कि बुक च किवें कीती हुई है। ओके, दैन अनदर एग्जाम्पल, हुण आ मॉलिक्यूल दिता होया, इफ वी स्टार्ट साइनिंग प्रायरिटीज़ तो डायरैक्टली आ हो गया स्टीरियोजेनिक सेंटर, एसिमेट्रिक कार्बन या कायरल कार्बन। अच्छा हुण सब तो पहला नाइट्रोजन वाला ग्रुप जिथे डायरैक्टली अटैच्ड है, फर्स्ट प्रायरिटी इहदी होगी।
ਸੈਕਿੰਡ ਪ੍ਰਾਇਰਟੀ ਸੈਕਿੰਡ ਕਾਰਬਨ ਲੱਗੀਆਂ ਹੋਈਆਂ ਡਾਇਰੈਕਟ, ਪਰ ਇਹਦੇ 'ਚ ਇੱਕ ਹਾਈਡਰੋਜਨ ਹੈ ਤੇ ਡਬਲ ਬੌਂਡ ਆਕਸੀਜਨ ਹੈ, ਇਹਦਾ ਮਤਲਬ 2 ਆਕਸੀਜਨ ਤੁਹਾਨੂੰ ਲੱਗਿਆ ਹੋਇਆ। ਇਹਦੇ 'ਚ ਸਿਰਫ 3 ਹਾਈਡਰੋਜਨਸ ਨੇ। ਸੋ ਕਿਉਂਕਿ ਆਕਸੀਜਨ ਦੀ ਪ੍ਰਾਇਰਟੀ ਇਹਦੇ ਤੋਂ ਵੱਧ ਹੈ, ਸੈਕਿੰਡ ਕਾਰਬਨ ਤੋਂ ਅਗਲਾ ਫਿਰ ਐਟਮ ਦੇਖ ਲਈਦਾ। ਸੋ ਸੈਕਿੰਡ ਪ੍ਰਾਇਰਟੀ ਗੋਜ਼ ਟੂ CHO ਗਰੁੱਪ, ਫਰਸਟ ਟੂ NH3, ਸੈਕਿੰਡ ਟੂ CHO ਗਰੁੱਪ, ਥਰਡ ਟੂ CH3 ਐਂਡ ਫੋਰਥ ਟੂ ਹਾਈਡਰੋਜਨ। ਅੱਛਾ, ਹੁਣ ਪ੍ਰਾਇਰਟੀਜ਼ ਅਸਾਈਨ ਕਰਨ ਤੋਂ ਬਾਅਦ ਵੀ ਨੀਡ ਟੂ ਸ਼ਿਫਟ ਹਾਈਡਰੋਜਨ ਟੂ ਦਿਸ ਔਰ ਦਿਸ ਸਾਈਡ, ਉੱਪਰ ਜਾਂ ਨੀਚੇ ਲਿਆਉਣਾ ਪੈਣਾ। ਲੈਟਸ ਸੀ ਕਿ ਕੀ ਚੇਂਜ ਕੀਤੀ ਹੈ। ਹਾਈਡਰੋਜਨ ਤੇ NH2 ਦਾ ਨੀਚੇ ਲੈ ਜਾਂਦੇ ਨੇ, interchange has been made. Next time NH2 and CH3, okay, ਇਹਨਾਂ ਨੂੰ ਆਪਸ ਕਰਤਾ interchange. You can make any interchange. ਆ ਗਈ configuration. Now depending upon the priorities assigned, we start looking from first to second to third priority ਇਸ ਤਰ੍ਹਾਂ ਇਸ order 'ਚ। Now because our I is moving in clockwise direction, ਤਾਂ ਇਹਨੂੰ ਅਸੀਂ R priority configuration ਦੇਵਾਂਗੇ। So it is having R configuration. Okay, ਇਹ ਤਾਂ ਹੋ ਗਿਆ ਜੀ ਕਿ ਜੇ ਅਸੀਂ ਸ਼ਿਫਟ ਕਰਨਾ ਹੈ। ਅੱਛਾ, ਹੁਣ ਇੱਕ ਹੋਰ ਸਿੰਪਲ ਤਰੀਕਾ, ਇਹ ਤਾਂ ਹੋ ਗਿਆ 2 ਇੰਟਰਚੇਂਜਸ। ਹੁਣ ਅਸੀਂ ਬੇਟਾ ਜਿਹੜਾ ਹੁੰਦਾ ਟੈਟਰਾਹੈਡਰਲ ਮੋਲੀਕਿਊਲ ਹੈ, ਕਾਰਬਨ ਮਿਡਲ 'ਚ ਹੈ, ਜਿਹਨੂੰ ਅਸੀਂ ਕ੍ਰੋਸ ਨਾਲ ਹੀ ਦਿਖਾਉਂਦੇ ਹਾਂ। ਤਾਂ ਹੁਣ ਇਹਨੂੰ ਬੇਟਾ ਇਸ ਤਰ੍ਹਾਂ ਦਿਖਾਉਂਦੇ ਆ ਨਾ, ਇੱਕ ਬੌਂਡ ਇੱਕ ਤੁਹਾਡੇ ਵੱਲ ਨੂੰ ਇਸ ਤਰ੍ਹਾਂ ਕਰਕੇ 4 bonds, one is directed away from you, one is directed towards you, ਤੇ ਇੱਕ ਆ 2 plane of paper ਦੇ ਵਿੱਚ ਹੁੰਦੇ ਆ। ਸੋ ਹੁਣ ਇਹਦੇ 'ਚ ਬੇਟਾ ਜੇ ਆ ਇੱਕ ਬੌਂਡ ਨੂੰ ਅਸੀਂ ਫਿਕਸ ਕਰ ਦਈਏ, ਦੈਨ ਵੀ ਕੈਨ ਕਾਰਬਨ ਨੂੰ ਆ ਕਾਰਬਨ ਫੜ ਕੇ ਆ ਇਹਨਾਂ ਨੂੰ ਰੋਟੇਟ ਕਰ ਸਕਦੇ ਆ, ਇੰਟਰਚੇਂਜ ਹੋ ਜਾਂਦੀਆਂ ਇਹਨਾਂ ਦੀਆਂ ਪੋਜੀਸ਼ਨਸ, ਹੈ ਨਾ। ਜਿਸ ਤਰ੍ਹਾਂ ਫੈਨ ਆ ਉੱਤੇ ਜਿਹੜਾ ਉੱਪਰ ਜੁੜਿਆ ਹੋਇਆ ਹੈ ਰੂਫ ਨਾਲ, ਆ ਹੋ ਗਈ ਸਟਿਕ, ਹੈ ਨਾ। ਬਾਕੀ ਦੇ ਆ 3 ਹੋ ਗਏ ਜਿਹੜੇ ਉਹਦੇ ਫੈਨ ਦੇ ਵਿੰਗਸ ਰੋਟੇਟ ਕਰਦੇ ਆ, ਇਸ ਤਰ੍ਹਾਂ ਹੀ ਮੋਲੀਕਿਊਲ ਦਾ। ਸੋ ਇਹਨੂੰ ਫਿਕਸ ਰੱਖ ਕੇ ਬਾਈ ਫਿਕਸਿੰਗ ਦਾ ਪੋਜੀਸ਼ਨ ਆਫ ਦਿਸ ਬੌਂਡ, ਇਹਨੂੰ ਥੱਲੇ ਵਾਲੇ 3 ਘੁੰਮਣਗੇ ਤਾਂ ਇੰਟਰਚੇਂਜ ਹੋ ਜਾਣਗੀਆਂ ਪੋਜੀਸ਼ਨਸ ਇਸ ਤਰ੍ਹਾਂ ਕਰਕੇ। ਇੱਕ ਵਾਰੀ ਆ ਗਰੁੱਪ ਇੱਥੇ ਲਿਆਂਦਾ ਤਾਂ ਅਗਲੇ ਚਲਿਆ ਜਾਊਗਾ, ਹੈ ਨਾ। ਇਹ ਹੋਰ ਨਵਾਂ ਤਰੀਕਾ ਹੈ, ਤੁਸੀਂ ਡਬਲ ਇੰਟਰਚੇਂਜ ਵਾਲਾ ਕਰਨਾ ਹੀ ਹੈ, ਪਰ ਇਹ ਉਸ ਤੋਂ ਵੀ ਸਿੰਪਲ ਹੈ। ਸੋ ਇਹਨੂੰ ਜੇ ਕਰੀਏ ਤਾਂ ਟੂ ਬ੍ਰਿੰਗ ਹਾਈਡਰੋਜਨ ਟੂ ਲੋਅਰ ਸਾਈਡ ਵੀ ਕੈਨ ਸ਼ਿਫਟ ਟੂ ਦਿਸ ਪੋਜੀਸ਼ਨ, C2H5 ਇੱਥੇ ਚਲਿਆ ਜਾਊਗਾ ਅਤੇ OH ਫਿਰ ਇਹਦੀ ਪੋਜੀਸ਼ਨ 'ਤੇ ਆ ਜਾਊਗਾ। ਸੋ ਵਿਲ ਬਾਈ ਰੋਟੇਸ਼ਨ ਅਰਾਊਂਡ 1 ਬੌਂਡ, ਇੱਕ ਬੌਂਡ ਜਿਹੜਾ ਫਿਕਸ ਕਰ ਲਿਆ ਸੀ ਉਹਨੂੰ ਪਕੜ ਕੇ ਇੱਕ ਦੀ ਪੋਜੀਸ਼ਨ ਗਰੁੱਪ ਨੂੰ ਪਕੜ ਲਿਆ ਨਾ ਰਾਦਰ ਦੈਨ ਬੌਂਡ, ਵੀ ਹੈਲਡ ਦਿਸ ਟਾਈਟ ਕਿ ਇਹਨੂੰ ਹੱਥ ਨਾਲ ਪਕੜ ਲਿਆ ਅਤੇ ਥੱਲੇ ਵਾਲੇ 3 ਆ ਜਿਹੜੇ ਬੌਂਡ ਉਹਨਾਂ ਨੂੰ ਰੋਟੇਟ ਕਰਤਾ, ਤਾਂ ਆਹ ਪੋਜੀਸ਼ਨ ਆ ਗਈ। ਤਾਂ H ਥੱਲੇ ਲਿਆਉਣ ਲਈ ਕੀਤਾ ਇਹਨੂੰ। ਦੈਨ ਪ੍ਰਾਇਰਟੀ OH ਦੀ ਫਰਸਟ ਹੈ, ਸੈਕਿੰਡ ਹੋ ਗਈ C2H5 ਦੀ, ਥਰਡ ਹੋ ਗਈ CH3 ਦੀ। ਆਹ ਲੀਸਟ ਪ੍ਰਾਇਰਟੀ ਵਾਲਾ ਗਰੁੱਪ ਹੈ ਨਾ, ਇਹਨੂੰ ਥੱਲੇ ਰੱਖਿਆ ਹੋਇਆ। ਤਾਂ ਜਦੋਂ ਅਸੀਂ ਰੋਟੇਟ ਕਰਾਂਗੇ I ਫਰੋਮ ਫਰਸਟ ਟੂ ਸੈਕਿੰਡ ਟੂ ਥਰਡ, ਅਗੇਨ ਇਟ ਇਜ਼ S। ਸੋ ਇਹ ਵਿੱਚ ਨਵਾਂ ਸਿੰਪਲ ਹੈ, ਜੇ ਤੁਹਾਨੂੰ ਸਮਝ ਆਉਂਦੀ ਹੈ ਠੀਕ ਹੈ, ਨਹੀਂ ਡਬਲ ਇੰਟਰਚੇਂਜ ਨਾਲ ਤਾਂ ਕਰ ਹੀ ਲੈਣਾ। ਸੋ ਦੈਟਸ ਆਲ ਫॉर